ਨਾਲ ਨਾ ਐਗਰੀ ਕਰਨਾ ਵਾ, ਲੇਕਿਨ ਅੱਜ ਨਾ ਮੈਂ ਸ਼ੁਰੂ ਕਰਨਾ ਵਾ ਜਿਹਦੇ ਤੋਂ ਮੈਂ ਡਿਸਐਗਰੀ ਕਰਨਾ ਵਾ। ਦੇਖੋ, ਜਿਹੜੀ ਮੈਂ ਅੱਗੇ ਵੀ ਗੱਲ ਕਰ ਰਿਹਾ ਸੀ ਨਾ ਕਿ ਜਿਹੜੀ ਡਿਸਕਸ਼ਨ ਹੈ, ਕੋਈ ਵੀ ਮਾਮਲੇ ਨੇ ਜਿਹਦੇ ਉੱਤੇ ਇੱਕ ਬੈਲੈਂਸ ਅਪਰੋਚ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਕਾਰੋਬਾਰੀ ਬੰਦਾ ਵੇ ਤੇ ਜਿਹੜਾ ਮਜ਼ਦੂਰ ਹੈ ਉਹ ਦੋਵਾਂ ਦਾ ਹੱਕ ਉਹਨਾਂ ਨੂੰ ਮਿਲੇ ਤੇ ਇੱਕ ਅੱਛੇ ਤਰੀਕੇ ਦੇ ਨਾਲ ਸੁਸਾਇਟੀ ਜਿਹੜੀ ਹੈ ਨਾ ਉਹ ਅੱਗੇ ਵਧੇ। ਜਿਹੜੇ ਪੁਆਇੰਟ ਦੇ ਉੱਤੇ ਮੈਂ ਇਹਨਾਂ ਨਾਲ ਡਿਸਐਗਰੀ ਕਰਨਾ ਵਾ ਨਾ, ਪਹਿਲੇ ਡਿਸਐਗਰੀ ਕਰਨਾ ਬਾਅਦ ਜੋ ਐਗਰੀ ਵਾਲੇ ਪਾਸੇ ਆ ਜਾਂਦੇ ਆ, ਉਹ ਇਹ ਵੇ ਕਿ ਸਾਨੂੰ ਇਹ ਬਿਲਕੁਲ ਵਾਰੇ ਨਹੀਂ ਹੈ ਕਿ ਅਸੀਂ ਆਪਣੀਆਂ ਫੈਕਟਰੀਆਂ ਖੋਲੀਏ ਤੇ ਜਦੋਂ ਮਰਜ਼ੀ ਜਿਹੜਾ ਮਰਜ਼ੀ ਮੂੰਹ ਚੁੱਕ ਕੇ ਆਈਏ। ਜਦੋਂ ਤੁਸੀਂ ਇਹ ਕਹਿੰਦੇ ਹੋ ਨਾ ਕਿ ਉਹ ਕਰੇਗਾ ਕੁਝ ਨਹੀਂ, ਸਰ ਇਹ ਹੋ ਨਹੀਂ ਸਕਦਾ ਉਹ ਕਰੇ ਕੁਝ ਨਾ। ਜਦੋਂ ਉਹਦੇ ਅੰਦਰ ਵੜ ਜਾਣਾ ਨਾ, ਉਹਨੇ ਨਿਕਲਣਾ ਹੀ ਨਹੀਂ ਹੈ, ਉਹਨੇ ਉੱਥੇ ਬੈ ਜਾਣਾ। ਠੀਕ ਹੈ, ਤੇ ਦੇਖੋ ਮੈਂ ਅੱਗੇ ਜਿਸ ਤਰ੍ਹਾਂ ਤੁਹਾਨੂੰ ਅਰਜ਼ ਕੀਤੀ ਹੈ ਕਿ ਮੈਂ ਇੱਕ ਇਹੋ ਜਿਹੀ ਡਿਫਿਕਲਟ ਪੋਜੀਸ਼ਨ ਦੇ ਵਿੱਚ ਆ ਕਿ ਮੈਂ ਦੋਵਾਂ ਸਾਡਾ ਵੇਖਣੀਆਂ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜਿਹੜੀ ਤੁਸੀਂ ਦੂਸਰੀ ਗੱਲ ਕੀਤੀ ਹੈ ਨਾ, ਪ੍ਰੋਬਲਮ ਇੱਥੇ ਕੀ ਹੈ ਕਿ 40-50 ਸਾਲ ਤੋਂ ਮਹਿਕਮੇ ਬਣੇ ਨੇ, ਮੁਲਕ ਦਾ ਉਹਦੇ ਬਾਅਦ ਕਈ ਦਫਾ ਆਇਨ ਬਦਲ ਗਿਆ, ਸੁਸਾਇਟੀ ਦੀ ਸ਼ਕਲ ਬਦਲ ਗਈ ਹੈ, ਜਿਸ ਤਰੀਕੇ ਨਾਲ ਅਸੀਂ ਕਾਰੋਬਾਰ ਕਰ ਰਹੇ ਹਾਂ ਉਹ ਬਦਲ ਗਿਆ, ਟੈਕਨੋਲੋਜੀ ਆ ਗਈ ਹੈ, ਬਹੁਤ ਕੁਝ ਬਦਲ ਗਿਆ। ਟੈਕਸ ਕਲੈਕਟ ਕਰਨ ਦਾ ਤਰੀਕਾ ਵੀ ਬਦਲ ਲਓ। ਉਸ ਤਰੀਕੇ ਨੂੰ ਮਿਸਾਲ ਦੇ ਤੌਰ ਦੇ ਉੱਤੇ ਅਸਾਂ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ ਨੇ ਆਪਣੇ ਟਾਈਮ ਦੇ ਉੱਤੇ ਇੱਕ ਬੜਾ ਬਿਹਤਰੀਨ ਟੈਕਸ ਲਾਇਆ, ਅੱਛਾ ਟੈਕਸ ਹੈ ਉਹ ਐਕਸਪੋਰਟਰ ਨੂੰ ਕਹਿ ਲਓ ਮਦਦ ਕਰਨ ਲਈ ਕਿ ਉਹਨਾਂ ਦੇ ਕੋਈ R&D ਦੇ ਮਸਲੇ ਹੋਣ, ਕੋਈ ਡਿਵੈਲਪਮੈਂਟ ਦੇ ਇੰਡਸਟਰੀ ਦੇ ਮਸਲੇ ਹੋਣ, ਉਹਦੇ ਲਈ ਉਹਨਾਂ ਨੇ ਇੱਕ ਫੰਡ ਕ੍ਰੀਏਟ ਕੀਤਾ। ਉਹ ਫੰਡ ਕਲੈਕਟ ਕਰਨ ਦਾ ਬੜਾ ਸਿੰਪਲ ਤਰੀਕੇਕਾਰ ਹੈ, ਸਾਡੇ ਕਦੀ ਜ਼ਿਹਨ 'ਚ ਵੀ ਨਹੀਂ ਆਇਆ ਤੇ ਅਸੀਂ ਉੱਥੇ ਲੱਖਾਂ ਰੁਪਏ ਦੇ ਦਿੰਦੇ ਹਾਂ। ਉਹ ਵੀ ਜੀ EDF ਦੇ ਵਿੱਚ ਪੈਸੇ ਦਿਓ, ਉਹ ਜਦੋਂ ਪੇਮੈਂਟ ਆਉਂਦੀ ਹੈ ਬੈਂਕ ਦੇ ਵਿੱਚ ਪੇਮੈਂਟ ਰਿਸੀਵ ਹੁੰਦੀ ਹੈ, ਉਹ ਟੈਕਸ ਕੱਟ ਕੇ ਤੇ ਸਾਨੂੰ ਸਾਡੇ ਪੈਸੇ ਮਿਲਦੇ ਨੇ। ਉਹ ਢੇਰਾ ਪੈਸਾ, ਲੱਖਾਂ ਕਰੋੜਾਂ ਪੈਸਾ ਉੱਥੇ ਰੁਪਏ ਜਾਂਦੇ ਨੇ ਉੱਥੇ, ਔਰ ਉਹਦਾ ਕੋਈ ਹੋਏ ਉਸੇ ਤਰ੍ਹਾਂ ਹੀ ਇੱਕ ਪਰਸੈਂਟੇਜ ਅਗਰੀ ਕਰ ਲਵੋ। ਹੁਣ ਉਹਨੂੰ ਡਿਸਾਈਡ ਕਰਨਾ ਨਾ ਕਿ ਕੀ ਹੈ। ਅਸੀਂ ਐਕਸਪੋਰਟਰ ਜਿਹੜੇ ਗਵਰਨਮੈਂਟ ਦੇ ਅਫੀਸ਼ੀਅਲ ਨੇ ਉਹ ਬਹਿ ਜਾਣ ਨਾਲ, ਉਹਨਾਂ ਜਿਹੜੇ ਵੀ ਮਜ਼ਦੂਰ ਨੇ ਉਹਨਾਂ ਦੀ ਹੈਲਥ ਦਾ ਬਿਹਤਰੀਨ ਇੰਤਜ਼ਾਮ ਹੋਣਾ ਚਾਹੀਦਾ, ਉਹਨਾਂ ਦੀ ਹਾਊਸਿੰਗ ਦਾ ਇੰਤਜ਼ਾਮ ਹੋਏ, ਉਹਨਾਂ ਦੀ ਐਜੂਕੇਸ਼ਨ ਦਾ ਇੰਤਜ਼ਾਮ ਹੋਏ। ਰਿਸੋਰਸਿਸ ਘੱਟ ਨੇ ਨਾ, ਅਸੀਂ ਬਹਿ ਕੇ ਮਿਲ ਕੇ ਡਿਸਾਈਡ ਕਰ ਲਈਏ ਕਿ ਅਸੀਂ ਉਹ ਰਿਸੋਰਸਿਸ ਜਿਹੜੇ ਆ ਰਹੇ ਨੇ ਉਹਨਾਂ ਨੂੰ ਰਲ ਕੇ ਸ਼ੇਅਰ ਕਰੀਏ। ਅਸੀਂ ਇੰਨੇ ਪੈਸੇ ਦੇਣ ਨੂੰ ਤਿਆਰ ਆ ਐਕਸਪੋਰਟਰ ਇਸ ਸ਼ਹਿਰ ਦੇ ਕਿ ਜਿੰਨੇ ਮਸਲੇ ਤੁਹਾਡੇ ਆ ਰਹੇ ਨੇ ਉਹ ਬੜੇ ਆਰਾਮ ਦੇ ਨਾਲ ਹੱਲ ਹੋ ਸਕਦੇ ਨੇ। ਅਗਲਾ ਸਟੈਪ ਉਹਦੇ ਬਾਅਦ ਹੈ ਕਿ ਉਹ ਪੈਸੇ ਜਦੋਂ ਇਕੱਠੇ ਹੋ ਜਾਣਗੇ ਉਹਨੂੰ ਖਰਚੇਗਾ ਕੌਣ। ਫਿਰ ਅਸੀਂ ਇਹ ਨਹੀਂ ਹੋਣ ਦਿਆਂਗੇ ਕਿ ਉਹ ਪੈਸੇ ਅਸੀਂ ਸਿਆਲਕੋਟ ਵਾਲੇ ਦਈਏ ਤੇ ਉਹ ਲਾਹੌਰ ਜਾਂ ਇਸਲਾਮਾਬਾਦ ਟੁਰ ਜਾਣ ਤੇ ਉਹ ਆਪਣੀ ਮਰਜ਼ੀ ਦੇ ਨਾਲ ਜਿੱਥੇ ਮਰਜ਼ੀ ਲਾ ਲੈਣ। ਨਹੀਂ, ਫਿਰ ਅਸੀਂ ਮੈਕੈਨਿਜ਼ਮ ਉਹਦਾ ਵੀ ਤਿਆਰ ਕਰਾਂਗੇ ਕਿ ਜਨਾਬ ਇਹ ਪੈਸੇ ਆ ਸ਼ਹਿਰ ਦੇ ਰਿਹਾ ਵੇ, ਪਹਿਲਾ ਰਾਈਟ ਹੈ ਸ਼ਹਿਰ ਦਾ ਵੇ, ਪਹਿਲੇ ਪ੍ਰੋਜੈਕਟ ਇੱਥੇ ਆਣਗੇ, ਅਸੀਂ ਚੀਜ਼ਾਂ ਨੇ ਅਸੀਂ ਡਿਸਕਸ ਕਰ ਸਕਦੇ ਹਾਂ। ਮੈਨੂੰ ਜਿਹੜੀ ਨਾਇਬ ਸਾਹਿਬ ਨੇ ਅੰਕਲ ਨੇ ਗੱਲ ਕੀਤੀ, ਮਿਰਜ਼ਾ ਸਾਹਿਬ ਨੇ ਗੱਲ ਕੀਤੀ ਕਿ ਇਹ ਸਾਰੇ ਮਹਿਕਮਿਆਂ ਦਾ ਜਿਹੜਾ ਟੈਕਸ ਹੈ ਅਸੀਂ ਬਜਾਏ ਐਸ ਦੇ ਕਿ ਮੁਖਤਲਿਫ ਦੇ ਨਾਲ ਡੀਲ ਕਰੀਏ, ਉਹ ਇੱਕੋ ਜਗ੍ਹਾ ਹੋਈ ਹੈ, ਇੱਕੋ ਜਗ੍ਹਾ ਕਲੈਕਟ ਹੋਈ ਹੈ, ਉਹਦੇ ਖਰਚਣ ਦਾ ਤਰੀਕਾਕਾਰ ਅੱਗੋਂ ਅਸੀਂ ਬਣਾ ਲਈਏ ਕਿ ਬਜਾਏ ਐਸ ਦੇ ਕਿ ਫੈਸਿਲਿਟੇਟ ਕਰਨ ਮਜ਼ਦੂਰ ਨੂੰ ਤੇ ਦੂਸਰੇ ਪਾਸੇ ਫੈਕਟਰੀ ਵਾਲੇ ਨੂੰ, ਉਹ ਦੋਵਾਂ ਲਈ ਜ਼ਹਿਮਤ ਬਣਦਾ ਪਿਆ ਤੇ ਗਵਰਨਮੈਂਟ ਦਾ ਪੈਸਾ ਵੀ ਬਚ ਜਾਏਗਾ ਉਸ ਮਾਮਲੇ ਦੇ ਵਿੱਚ। ਜਦੋਂ ਅਸੀਂ ਬਵਾਂਗੇ, ਮਿਰਜ਼ਾ ਸਾਹਿਬ ਨੇ ਕਿਹਾ ਬਹਿ ਕੇ ਗੱਲ ਕੀਤਿਆਂ ਮਸਲੇ ਹੱਲ ਹੁੰਦੇ ਨੇ, ਤੇ ਇਹਦੇ ਤੇ ਮਜ਼ੀਦ ਡਿਸਕਸ ਕਰਨਾ ਚਾਹੀਦਾ ਵੇ ਕਿ ਉਹ ਸਾਡੇ ਦੋਵਾਂ ਦਾ ਇਹੋ ਹੀ ਹੋਣਾ ਚਾਹੀਦਾ ਵੇ ਕਿ ਜਿਸ ਸੁਸਾਇਟੀ 'ਚ ਅਸੀਂ ਰਹਿੰਦੇ ਹਾਂ, ਅਗਰ ਇਹ ਸੁਸਾਇਟੀ ਖੁਸ਼ਹਾਲ ਹੋਏਗੀ ਤੇ ਜਿਹੜਾ ਕਾਰੋਬਾਰੀ ਹੈ ਉਹ ਵੀ, ਮੈਂ ਉਮੀਦ ਰੱਖਣਾ ਵਾ, ਔਰ ਫੈਸਲ ਤੇ ਮੈਂ ਆਈ ਮੀਨ ਹੀ ਇਜ਼ ਮਾਈ ਫਰੈਂਡ ਤੇ ਮੈਂ ਉਹਦੇ ਕੰਨ ਖਾਂਦਾ ਹੀ ਰਹਿਣਾ ਵਾ ਇਸ ਮਾਮਲੇ ਦੇ ਉੱਤੇ, ਔਰ ਮੈਂ ਉਹਨੂੰ ਇਹ ਵੀ ਕਹਿ ਰਿਹਾ ਹਾਂ ਕਿ ਤੇਰੀ ਅੱਗੋਂ ਬਜਟ ਦੀ ਤਕਰੀਰ ਆ ਰਹੀ ਹੈ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਭਾਵੇਂ ਉਹਦੇ ਵਿੱਚ ਪਾਣੀਆਂ ਨੇ ਤੇ ਮੈਂ ਤੁਹਾਨੂੰ ਬੋਰ ਕਰਦੇ ਹੀ ਰਹਾਂਗਾ। ਉਮੀਦ ਹੈ ਤੁਸੀਂ ਵੀ ਅੱਜ ਕੋਈ ਗੱਲਾਂ ਕੀਤੀਆਂ ਨੇ, ਔਰ ਤਾਰਿਕ ਸਾਹਿਬ ਵੀ ਬੈਠੇ ਦੇ ਨੇ ਇੱਥੇ, ਇਹ ਆਪਸ ਦੇ ਵਿੱਚ ਆਵਾਜ਼ ਮਿਲਾਣਗੇ ਤੇ ਸਿਆਲਕੋਟ ਦੇ ਜਿਹੜੇ ਇਹੋ ਜਿਹੇ ਮਸਲੇ ਨੇ ਉਹਨਾਂ ਨੂੰ ਅਸੈਂਬਲੀ ਦੇ ਵਿੱਚ ਚੁੱਕਣਗੇ। ਮੈਨੂੰ ਪੂਰੀ ਉਮੀਦ ਹੈ ਇਹਨਾਂ ਤੋਂ ਕਿ ਉਹ ਮਸਲੇ ਸਾਡੇ ਹੱਲ ਹੋਣਗੇ ਔਰ ਅਸੀਂ ਮਿਲ ਕੇ ਕੰਮ ਕਰਾਂਗੇ ਔਰ इस शहर ਨੂੰ इस अहम मौके पे जैसे इन्होंने शिकागो के मज़दूरों का जिक्र किया और लॉज का जिक्र किया, नाजी साहब ने बड़ी अच्छी तरह से उसको एक्सप्लेन किया। वक्त के साथ यूसुफ भाई ने भी एक जिक्र किया कि वक्त के साथ हम कानून नहीं बदल सके, कानून बदले होते तो अभी जो आपके मसले मसाइल हैं उनमें से कोई भी ना एग्जिस्ट करता। बाकी सोशल सिक्योरिटी और एक महकमे की बात है, चूँकि पहले एज अ बिजनेसमैन पर्सपेक्टिव था और लेजिस्लेशन में जाके ये पता लगा कि ये ये बहुत बड़ा एक काम है अगर हो जाए तो। पहले किया गया था एक्सपोर्ट के हवाले से, जो हमारे टैक्सों के मामले थे, इनकम टैक्स के मामले थे, हर बंदा हर एक्सपोर्टर रजिस्टर उठा के टैक्स के दफ्तर के बाहर बैठा होता था, उसको विद होल्डिंग की शक्ल दी गई थी।
जो मैंने प्रपोजल तैयार की हुई है वो उसी तरह की शक्ल में है जैसे यूसुफ भाई ने बताया कि एक सर्टेन परसेंटेज आपकी पेमेंट की, एक्सपोर्ट की पेमेंट से ये कर लें। ये बैठ के हम आपस में डिसाइड कर लेंगे कि क्या होनी चाहिए, जिसमें सोशल सिक्योरिटी के मामले, ग्रांट्स के मामले सारे के सारे हल हो जाते हैं। और अगर गवर्नमेंट को लाख रुपया इकट्ठा होता है तो उस सूरत में शायद वो 1 करोड़ इकट्ठा कर ले, उसमें लीकेज भी नहीं होगी। सूरत हाल ये 99 में गालबन मियाँ साहब ने किया था। कोशिश करेंगे कि इसको इसी तरीके से इन टैक्सों को हल किया जाए। दूसरी बात अभी इन्होंने की कि लेबर कॉलोनी के हवाले से, तो जो मैंने प्रपोजल दी थी वो ये दी थी, एक सस्ता घर स्कीम आ रही है जो हमारी मैडम मरियम नवाज साहिबा ने लॉन्च की है, और इंशाल्लाह ताला कोशिश करेंगे कि उसी के अंदर आसान एक साथ हों या जो भी मामला हमारे गवर्नमेंट के साथ सेटल होते हैं। तीसरे को महकमों को फैक्ट्रियों के अंदर जाने की इजाज़त नहीं देनी चाहिए। वो मामलात बजाय हल होने के बिगाड़ की तरफ जाते हैं और सारे का सारा आपकी ब्यूरोक्रेसी अपनी तरफ ले जाती है, मजदूर को कुछ नहीं मिलता। ग्रांट्स के हवाले से मैंने लास्ट ईयर इधर पहले एसोसिएशन का प्लेटफॉर्म इस्तेमाल करता था, लेकिन अभी मैंने पूरी की पूरी उसकी तहकीक की है। कोई महकमाना मसला ये है कि पहले ये था इनकम टैक्स वालों के पास, आपका जितना WWF इकट्ठा अथॉरिटी बनाई गई थी, ये हमारा चला गया। उसके नीचे अभी तक उनके पास फंड्स हैं पर उनके पास राइट्स नहीं है उनको रिलीज करने के। सच्ची बात कोई ये लेजिस्लेशन करवा दें कि इनको जल्दी से जल्दी रिलीज किया जाए, इसमें हमारा शहर सबसे पीछे है। कुछ नहीं, हाँ जी सही कहंड। 2017 च ਜਿਹੜਾ ਪਿਛਲਾ ਟੈਨਿਓਰ ਸੀ ਉਹ ਚ 4 ਅਰਬ ਰੁਪਇਆ ਲੈ ਕੇ ਆਏ ਹਾਂ ਸਿਵਲ ਹਸਪੀਟਲ ਵਾਸਤੇ। ਉਹਨੂੰ ਅਸੀਂ ਐਡੇ ਕੋ ਅਹਿਲ ਹਨ ਕਿ 3 ਸਾਲ ਉਸ ਫੰਡ ਨੂੰ ਇਸਤੇਮਾਲ ਨਹੀਂ ਕਰ ਸਕੇ, ਉਹ ਲੈਪਸ ਹੋ ਗਏ, ਉਹ ਵਾਪਸ ਚਲੇ ਗਏ। ਜੇ ਉਹ ਪੈਸਾ ਸਾਡੇ ਹਸਪਤਾਲ ਤੇ ਲੱਗ ਗਿਆ ਹੁੰਦਾ ਤੇ ਸਾਨੂੰ ਕਿਧਰੇ ਲਾਹੌਰ ਜਾਂ ਗੁਜਰਾਂਵਾਲਾ ਕਿਧਰੇ ਜਾਣ ਦੀ ਲੋੜ ਹੀ ਨਹੀਂ ਸੀ। ਮੈਕਸਿਮਮ ਰੈਫਰ ਹੁੰਦਾ ਸੋਸ਼ਲ ਸਿਕਿਉਰਿਟੀ ਤੋਂ ਤੇ ਸਿਵਲ ਹਸਪੀਟਲ 'ਚ ਰੈਫਰ ਹੁੰਦਾ। ਇਨਸ਼ਾਅੱਲਾ ਤਾਲਾ ਇਹਦੀ ਵੀ ਕੋਸ਼ਿਸ਼ ਕਰਨੀ ਹੈ, ਪ੍ਰੋਜੈਕਟ ਬਣਾ ਕੇ ਦਿੱਤੇ ਦੇ ਨੇ। ਤੇ ਬਾਕੀ ਜਿਹੜੀਆਂ ਚੀਜ਼ਾਂ ਹੈ ਨੇ ਤੁਹਾਡੇ ਨਾਲ ਰਾਬਤੇ 'ਚ ਹਮੇਸ਼ਾ ਰਿਹਾ। ਮੇਰੇ ਬਜ਼ੁਰਗ ਨੇ ਨਾਜੀ ਸਾਹਿਬ, ਉਹ ਵੀ डायरेक्टली भी कह सकते हैं बात। यूसुफ भाई तो उनकी छोटा भाई बड़ा भाई है बल्कि छोटा की। और शायद ऐसे फोरम तो बेसिकली मेरी सोशल एक्टिविटीज़ शुरू हुई सन और इतों ही निकल के हुण अगों अल्लाह ताला ने रहमत की है। तो ਜਿਹੜੇ ਕੰਮ ਤੁਸੀਂ ਦੱਸੋਗੇ मैं इस काबिल नहीं है, लेकिन इन्हों की मेहरबानी इन्हों के जज्बात ने मैं बड़ी कदर करदा। मैं सबसे पहले तो असी माजरत खावा, साड़ी वजह तो 2-3 घंटे इंतज़ार करना पाया। बाकी मेरे भाई यूसुफ साहब ने बड़ी तफसील से बात की, मिर्ज़ा साहब ने, फैसल साहब ने। मैं आज के इस मौका पर यकीनन अपने मज़दूर भाइयों को खराज अकीदत पेश करने के लिए जो उन्होंने कुर्बानियाँ दी शिकागो में आज के दिन, हम उनको खराज अकीदत पेश करने के लिए यहाँ इकट्ठे होते हैं आज के दिन। लेकिन उसके साथ साथ हमारे जो मज़दूरों के हकूक़ हैं हम वो भी डिस्कस करते हैं कि उनके लिए हम क्या बेहतरी कर सकते हैं, उनके लिए हम क्या कर सकते हैं। यकीनन आप लोगों ने हमें इस पर्ची की ताकत से हमें इस्तों से नवाजा है कि हमें इस काबिल बनाया ताकि हम आपकी नुमाइंदगी कर सकें और आपके लिए कोई आसानियाँ पैदा कर सकें। अगर हमने जाकर असम्बलियों में खामोश बैठ के उठ के आ जाना है तो मेरा ख्याल है कि फिर हम अपना हक अदा नहीं कर रहे जो आप लोगों ने हमें ज़िम्मेदारी सौंपी हुई है। तो हम कोशिश करेंगे जैसे कि पिछले अभी 2 माह से हमारी असम्बलियाँ फंक्शनल हुई हैं, इलेक्शन के बाद हम सुरखरू हुए हैं और कोशिश की है कि अपने ज़िले की, अपने इस इलाके की भरपूर तरीके से ईमान में नुमाइंदगी की जाए और आवाज़ उठाई जाए। मेरे वालिद मोहतरम भी मज़दूरों के लिए मेरे भाई खुश अख्तर सुबहानी साहब बड़ी जहाँ जहाँ भी उनको बुलाया गया, नाजी साहब इस चीज़ के गवाह हैं, चौधरी अशरफ साहब गवाह हैं। मैं भी पिछले अपने टेन्योर में 13 से लेकर 18 तक जब मेंबर था, मुझे भी जब जो हुक्म हुआ मेरी कोशिश की ताकि आपके हुक्म की तमील हो। और इंशाअल्लाह ताला जैसे मेरे भाई यूसुफ साहब ने बड़ी अच्छी प्रपोजल दी है, मुझे ये सुनकर बड़ी खुशी हो रही थी कि इन डिपार्टमेंटों से हमें निजात मिल जाएगी। ये ब्लैकमेलिंग जो हर सुबह शाम आप लोगों को परेशान करते हैं दफ्तरों में आके, अल्लाह ने आपको इज्जत दी है, आपने एक सेटअप बनाया है, तो वो आके बिला वजह आपको परेशान करना शुरू कर देते हैं। तो मैं चाहूँगा कि इनकी तजावीज़ को हम लेके तो इंशाअल्लाह ताला आने वाले बजट के हम एजेंडा बनाएंगे और इनके भी तजर्बे से फ़ायदे लेंगे, क्योंकि मेरे भाई जो है ना ये बेचारे दोनों साइड पे खेल रहे हैं, साथ लेके चलना बड़ा ज़रूरी है इनके लिए। और दूसरा अल्लाह ताला ने माशाल्लाह उनको ये जो जिम्मेदारी दी हुई है एसोसिएशन की, ये भी निभानी उनके लिए बड़ी जिम्मेदारी है। तो मैं समझता हूँ कि हम इनके फ़ायदे से, क्योंकि इनकी दोनों प्रॉब्लम रहता है जी,
और इनके वालिद साहब की भी बड़ी खिदमात हैं इंडस्ट्री में भी और सियासत में भी माशाल्लाह पढ़े लिखे हैं, कारोबारी हैं। जो इनको दुख तकलीफ है शायद वो मुझे ना इतनी उसकी शिद्दत का एहसास हो, लेकिन अब तो मुझे भी पर्सनली तौर पे इस काम में पड़े हुए तकरीबन 10-20 साल हो गए हैं, तो अब मुझे भी एहसास हो गया कि आप लोगों की ये तकलीफें हैं। और मैं भी एक छोटा सा कारोबारी हूँ, इतनी बड़ी इंडस्ट्री तो नहीं है जितनी माशाल्लाह इनके नाम है, लेकिन एक छोटी सी हमारी भी है, हम भी कारोबार करते हैं। लेकिन मुझे भी पता है कि ये लोग डिपार्टमेंट वाले बिला वजह तंग करते हैं, कभी सोशल सिक्योरिटी वाला आ गया, कभी फलां आ गया, कभी लेबर वाला आ गया। तो मेरा ख्याल है वो आप लोगों को फैसिलिटेट करने के लिए ना वो मेंटली टॉर्चर ज्यादा करते हैं, फैसिलिटेट कम करते हैं। तो मजदूरों को भी कुछ नहीं मिलता, वो सिर्फ अपनी दिहाड़ी के चक्कर चाहते हैं, अपनी दिहाड़ी ला के चले जाते हैं, जरा दिहाड़ी दे दिंदा वो चले जाता, चुप कर जाता है। मैं पिछले फंक्शन ते भी गल कीती सी, ਉਹਦੇ वास्ते बेस्ट सोल्यूशन तो साडे कोल है ही, ਜਿਹੜੀ यूसुफ साहब ने प्रपोजल ਦਿੱਤੀ ਹੈ कि करप्शन भी खत्म हो जाएगी, ਜਿਹੜੀ ਕਿ ਦਿਹਾੜੀ ਉਸ ਤੋਂ ਸ਼ਾਮ ਹੁੰਦਾ ਕਿ ਚਲੋ ਕੋਈ ਨਹੀਂ ਗੱਲ ਯਾਰ ਇਹਨਾਂ ਨੂੰ ਦੋ ਤੇ ਆਪਣਾ ਕੰਮ ਠੱਪ ਕਰ ਦਿਓ। ਅਸੀਂ ਕਿੰਨੇ ਕੁ ਉਹਦੇ ਵਾਸਤੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ ਜਾਂ ਅਸੀਂ ਸਹੀ ਤਰੀਕੇ ਨਾਲ ਆਪਣੇ ਵਾਜਬਾਤ ਅਦਾ ਕਰ ਦਿੰਦੇ ਹਾਂ ਜੋ ਸਾਡੇ ਕਾਨੂੰਨ ਦੇ ਮੁਤਾਬਕ ਸਾਨੂੰ ਕਰਨੇ ਚਾਹੀਦੇ ਨੇ। ਅਸੀਂ ਬੀਇੰਗ ਕੌਮ ਅਸੀਂ ਗੁੰਮਰਾਹ ਹੋ ਚੁੱਕੇ ਨੇ, ਅਸੀਂ ਸਹੀ ਰਸਤੇ ਤੇ ਚੱਲਦੇ ਹੀ ਨਹੀਂ ਪਏ। ਅਸੀਂ ਹਰ ਬੰਦੇ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਯਾਰ ਬਸ ਮੇਰਾ ਕੰਮ ਚੱਲ ਜਾਏ। ਜਦੋਂ ਅਸੀਂ ਆਪਣਾ ਇੰਡੀਵਿਜੂਅਲੀ ਸਾਨੂੰ ਫਿਕਰ ਪੈ ਗਿਆ ਤਾਂ ਸਿਰਫ ਆਪਣੀ ਜ਼ਾਤ ਦਾ, ਸਾਨੂੰ ਹੁਣ ਸ਼ਹਿਰ ਦਾ, ਮੁਲਕ ਦਾ, ਅਜ਼ੀਜ਼ੋ ਕਾਰਬ ਦਾ, ਦੋਸਤ ਅਹਿਬਾਬ ਦਾ ਕੋਈ ਫਿਕਰ ਨਹੀਂ ਹੈ। ਅਸੀਂ ਸਿਰਫ ਸਾਨੂੰ ਇਹ ਫਿਕਰ ਹੈ ਕਿ ਯਾਰ ਮੇਰਾ ਕੀ ਬਣਨਾ, ਮੈਂ ਆਪਣੇ ਆਪ ਨੂੰ ਸਿੱਧਾ ਕਰਨਾ ਹੈ। ਅਸੀਂ ਆਪਣਾ ਉੱਲੂ ਸਿੱਧਾ ਕਰਨ ਦੇ ਚੱਕਰ 'ਚ ਪਏ ਹਾਂ। ਯਕੀਨ ਕਰੋ ਜਿੱਦਣ ਸਾਨੂੰ ਇਹ ਅਹਿਸਾਸ ਹੋ ਗਿਆ ਕਿ ਨਹੀਂ ਯਾਰ ਇਹ ਮੁਲਕ ਮੇਰਾ ਹੈ, ਇਹ ਸ਼ਹਿਰ ਮੇਰਾ ਹੈ, ਇਹ ਕੌਮ ਮੇਰੀ ਹੈ, ਇਹ ਮਜ਼ਦੂਰ ਮੇਰੇ ਨੇ, ਮੇਰੇ ਭਾਈ ਨੇ। ਅਗਰ ਮਜ਼ਦੂਰ ਆਪਣੀ ਮਿਹਨਤ ਕਰਕੇ ਤੁਹਾਨੂੰ ਸਹੀ ਤਰੀਕੇ ਨਾਲ ਮਿਹਨਤ ਕਰਕੇ ਤੁਹਾਡੀ ਪ੍ਰੋਡਕਟ ਨਹੀਂ ਤਿਆਰ ਕਰੇਗਾ ਤਾਂ ਤੁਸੀਂ ਕੀ ਸੇਲ ਕਰੋਗੇ? ਇਹ ਸਾਰੀ ਕਾਬਿਸ਼ ਮਿਹਨਤ ਜੋ ਹੈ ਨਾ ਉਹਦਾ ਅਜਰ ਜਿਹੜਾ ਨਾ ਮਜ਼ਦੂਰ ਦੀ ਵਜ੍ਹਾ ਨਾਲ ਤੁਹਾਨੂੰ ਮਿਲਦਾ। ਯਕੀਨਨ ਤੁਸੀਂ ਅੱਲਾਹ ਤਾਲਾ ਨੇ ਤੁਹਾਨੂੰ ਪੈਸਾ ਦਿੱਤਾ ਹੈ, ਹੁਨਰ ਦਿੱਤਾ ਹੈ, ਸਾਰਾ ਕੁਝ ਦਿੱਤਾ, ਤੁਸੀਂ ਸਾਰਾ ਸੈਟਅਪ ਬਣਾਇਆ, ਮਜ਼ਦੂਰ ਆਇਆ। ਲੇਕਿਨ ਮੈਂ ਸਮਝਦਾ ਪਿਆ ਕਿ ਇਹਦੇ 'ਚ ਤਾਂ ਕੁਰਾਨੇ ਪਾਕ 'ਚ ਜ਼ਿਕਰ ਹੈ ਕਿ ਯਾਰ ਮਜ਼ਦੂਰ ਦੀ ਮਜ਼ਦੂਰੀ ਉਹਦਾ ਪਸੀਨਾ ਖੁਸ਼ਕ ਹੋਣ ਤੋਂ ਪਹਿਲੇ ਉਹਨੂੰ ਮਿਲਣੀ ਚਾਹੀਦੀ ਹੈ, ਤੇ ਜੇ ਉਹਨਾਂ ਦੇ ਹਕੂਕ ਵੀ ਨੇ ਉਹ ਵੀ ਮਜ਼ਦੂਰੀ ਦਾ ਹਿੱਸਾ ਹੈ। ਤਾਂ ਅਸੀਂ ਤੁਹਾਡੇ ਹਕੂਕ ਤੁਹਾਨੂੰ ਲੈ ਕੇ ਦਾਂਗੇ ਇਨਸ਼ਾਅੱਲਾ ਤਾਲਾ। ਕੋਸ਼ਿਸ਼ ਕਰਾਂਗੇ ਕਿ ਈਮਾਨ ਤੱਕ ਤੁਹਾਡੀ ਆਵਾਜ਼ ਪਹੁੰਚਾਈ ਜਾਏ ਔਰ ਜਿੱਥੇ ਤੱਕ ਜੋ ਹੋ ਸਕਿਆ ਅਸੀਂ ਤੁਹਾਡੇ ਵਾਸਤੇ ਕਰਨ ਨੂੰ ਤਿਆਰ ਹਾਂ। ਔਰ ਇਨਸ਼ਾਅੱਲਾ ਤਾਲਾ ਆਪਣੀ ਲੀਡਰਸ਼ਿਪ ਨੂੰ ਵੀ ਆਨ ਬੋਰਡ ਕਰਾਂਗੇ ਆਪਣੇ। ਯਕੀਨਨ ਅਗਰ ਇਹ ਚੀਜ਼ ਜਿਹੜੀ ਅਸੀਂ ਡਿਸਕਸ ਕਰ ਰਹੇ ਹਾਂ, ਅਗਰ ਇੱਕ ਜਗ੍ਹਾ ਇੱਕ ਪਲੇਟਫਾਰਮ ਤੇ ਪੈਸੇ ਇਕੱਠੇ ਹੋ ਕੇ ਫੀਸ ਦੀ ਸੂਰਤ ਹੋਣਾ ਜੋ ਮੱਧ ਚਲੇ ਜਾਣ ਤਾਂ ਉਹਦਾ ਰੈਵਨਿਊ ਵੀ ਜ਼ਿਆਦਾ ਡਬਲ ਟ੍ਰਿਪਲ ਹੋ ਜਾਏਗਾ ਔਰ ਉਹਦਾ ਯਕੀਨਨ ਸਾਡੇ ਮਜ਼ਦੂਰਾਂ ਦੇ ਮਸਾਇਲ ਵੀ ਬਿਹਤਰ ਹੋਣਗੇ ਔਰ ਸਾਡਾ ਸਿਆਲਕੋਟ ਔਰ ਸਾਡਾ ਪਾਕਿਸਤਾਨ ਵੀ ਖੁਸ਼ਹਾਲ ਹੋਏਗਾ।